ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। 8 ਤਰੀਕ ਤੋਂ ਸੂਬੇ ਦੇ ਵਿੱਚ ਸ਼ਾਪਿੰਗ ਮਾਲਸ, ਧਾਰਮਿਕ ਸਥਾਨ, ਰੈਸਟੋਰੈਂਟਸ ਯਾਨੀ ਕਿ ਖਾਣ ਪੀਣ ਦੇ ਜਿਹੜੇ ਦੁਕਾਨਾਂ ਨੇ ਉਹ ਤੇ ਹੋਟਲਸ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਪਰ ਸ਼ਰਤਾਂ ਨੇ। ਕਿਹੜੀਆਂ ਸ਼ਰਤਾਂ ਦੇ ਤਹਿਤ ਤੁਸੀਂ 8 ਤਰੀਕ ਤੋਂ ਰੈਸਟੋਰੈਂਟਸ ਦੇ ਵਿੱਚ ਜਾ ਸਕੋਗੇ, ਸ਼ਾਪਿੰਗ ਮਾਲਸ ਦੇ ਵਿੱਚ ਜਾ ਸਕੋਗੇ, ਧਾਰਮਿਕ ਸਥਾਨਾਂ ਦੇ ਉੱਤੇ ਜਾ ਸਕੋਗੇ, ਇਸ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿੰਨੇ ਆ ਕਿ ਆਖਰ ਜਿਹੜਾ ਨੋਟੀਫਿਕੇਸ਼ਨ ਸਰਕਾਰ ਦਾ ਜਾਰੀ ਹੋਇਆ ਕਿ ਕੀ ਸ਼ਰਤਾਂ ਨੇ ਉਹਦੇ ਵਿੱਚ, ਉਸ ਦੀ ਡਿਟੇਲ ਅਸੀਂ ਤੁਹਾਨੂੰ ਦਿੰਨੇ ਆ। ਸਭ ਤੋਂ ਪਹਿਲਾਂ ਸ਼ਾਪਿੰਗ ਮਾਲਸ ਦੀ ਗੱਲ ਕਰਾਂਗੇ। ਬਹੁਤ ਦੇਰ ਤੋਂ, ਲਗਭਗ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਸ਼ਾਪਿੰਗ ਮਾਲਸ ਜਿਹੜੇ ਉਹ ਬੰਦ ਪਏ ਹੈ, ਤਾਂ ਹੁਣ ਸ਼ਾਪਿੰਗ ਮਾਲਸ ਖੁੱਲ ਸਕਣਗੇ। ਆਖਰਕਾਰ ਸੋਮਵਾਰ ਤੋਂ ਤੁਸੀਂ ਯਾਨੀ ਕਿ ਪਰਸੋਂ 8 ਤਰੀਕ ਤੋਂ ਤੁਸੀਂ ਸ਼ਾਪਿੰਗ ਮਾਲਸ ਦੇ ਵਿੱਚ ਜਾ ਸਕੋਗੇ। ਪਰ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਨੇ, ਨਵੇਂ ਜਿਹੜੇ ਨਿਯਮ ਨੇ ਉਹ ਲਾਗੂ ਹੁੰਦੇ ਨੇ ਔਰ ਉਹਨਾਂ ਦੇ ਤਹਿਤ ਤੁਸੀਂ ਸ਼ਾਪਿੰਗ ਮਾਲਸ ਦੇ ਵਿੱਚ ਜਾ ਸਕੋਗੇ। ਤੁਹਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦੇ ਦਿੰਨੇ ਆ ਕਿ ਕਿਸ ਤਰ੍ਹਾਂ ਤੁਸੀਂ ਸ਼ਾਪਿੰਗ ਮਾਲਸ ਦੇ ਵਿੱਚ ਜਾ ਸਕਦੇ ਹੋ। ਸਭ ਤੋਂ ਪਹਿਲਾਂ, ਜੇਕਰ ਕੋਈ ਵੀ ਬੰਦਾ ਸ਼ਾਪਿੰਗ ਮਾਲ ਦੇ ਵਿੱਚ ਐਂਟਰ ਕਰ ਰਿਹਾ ਹੈ ਤਾਂ ਉਹਦੇ ਫੋਨ ਦੇ ਵਿੱਚ ਕੋਵਾ ਐਪ ਹੋਣੀ ਲਾਜ਼ਮੀ ਹੈ। ਸੋ ਜੇਕਰ ਤੁਹਾਡੇ ਕੋਲੇ ਮੋਬਾਈਲ ਫੋਨ ਨਹੀਂ ਹੈ ਤੇ ਉਹਦੇ ਵਿੱਚ ਕੋਵਾ ਐਪ ਡਾਊਨਲੋਡਡ ਨਹੀਂ ਹੈ ਤਾਂ ਤੁਸੀਂ ਸ਼ਾਪਿੰਗ ਮਾਲ ਦੇ ਅੰਦਰ ਐਂਟਰ ਨਹੀਂ ਕਰ ਸਕਦੇ। ਕਿਸੇ ਵੀ ਮਾਲ ਦੇ ਵਿੱਚ ਐਂਟਰ ਕਰਨਾ ਹੈ ਪੰਜਾਬ ਦੇ ਵਿੱਚ ਤਾਂ ਸਭ ਤੋਂ ਪਹਿਲੀ ਚੀਜ਼ ਹੈ ਕਿ ਤੁਹਾਡੇ ਫੋਨ ਦੇ ਵਿੱਚ, ਪਹਿਲਾਂ ਤਾਂ ਇਹ ਹੈ ਕਿ ਤੁਹਾਡੇ ਕੋਲ ਫੋਨ ਹੋਣਾ ਲਾਜ਼ਮੀ ਹੈ। ਜੇ ਕੋਵਾ ਐਪ ਤਾਂ ਹੀ ਹੋਊਗੀ ਜੇ ਫੋਨ ਹੋਊਗਾ। ਜਿਨ੍ਹਾਂ ਕੋਲੇ ਫੋਨ ਨਹੀਂ ਹੋਊਗਾ ਉਹ ਐਂਟਰ ਨਹੀਂ ਕਰ ਸਕਦੇ ਕਿਸੇ ਮਾਲ ਦੇ ਵਿੱਚ। ਫੋਨ ਦੇ ਵਿੱਚ ਕੋਵਾ ਐਪ ਡਾਊਨਲੋਡਡ ਹੋਣੀ ਲਾਜ਼ਮੀ ਹੈ। ਜੇ ਕੋਵਾ ਐਪ ਡਾਊਨਲੋਡਡ ਨਹੀਂ ਹੈ ਤਾਂ ਤੁਸੀਂ ਮਾਲ ਦੇ ਵਿੱਚ ਐਂਟਰੀ ਨਹੀਂ ਕਰ ਸਕਦੇ। ਮਾਲ ਦੇ ਵਿੱਚ ਤੁਹਾਨੂੰ ਐਂਟਰੀ ਨਹੀਂ ਦਿੱਤੀ ਜਾਊਗੀ। ਬਕਾਇਦਾ ਤੁਹਾਨੂੰ ਕੋਵਾ ਐਪ ਡਾਊਨਲੋਡ ਕਰਾਉਣ ਤੋਂ ਬਾਅਦ ਹੀ ਐਂਟਰੀ ਜਿਹੜੀ ਆ ਉਹ ਮਿਲਦੀ ਹੈ। ਉਸ ਤੋਂ ਬਾਅਦ ਟੋਕਨ ਸਿਸਟਮ ਦੇ ਉੱਤੇ ਐਂਟਰੀ ਹੋਊਗੀ ਮਾਲ ਦੇ ਵਿੱਚ। ਬਕਾਇਦਾ ਤੌਰ ਤੇ ਟੋਕਨ ਦਿੱਤੇ ਜਾਣਗੇ। ਲਿਮਿਟਡ ਬੰਦਿਆਂ ਨੂੰ ਐਂਟਰੀ ਹੈ ਤਾਂ ਟੋਕਨ ਦਿੱਤੇ ਜਾਣਗੇ। ਟੋਕਨ ਸਿਸਟਮ ਦੇ ਉੱਤੇ ਮਾਲ ਦੇ ਵਿੱਚ ਐਂਟਰੀ ਹੋਣੀ ਹੈ। ਇੱਕ ਮੈਕਸਿਮਮ ਕਪੈਸਿਟੀ ਤੈਅ ਹੋਊਗੀ ਮਾਲ ਦੀ। 6 ਫੁੱਟ ਦਾ ਡਿਸਟੈਂਸ ਰੱਖ ਕੇ ਜਿੰਨੀ ਕੁੱਲ ਜਗ੍ਹਾ ਹੈ, ਜਿਵੇਂ ਏਰੀਆ ਕੋਈ ਜਿੱਥੇ ਜ਼ਿਆਦਾ ਪਬਲਿਕ ਹੈ ਖੜਦੀ ਹੈ ਤਾਂ ਉਹ ਪੂਰੇ ਏਰੀਏ ਦਾ 6 ਫੁੱਟ ਦੇ ਡਿਸਟੈਂਸ ਦੇ ਹਿਸਾਬ ਤੇ ਬੰਦੇ ਮੈਜਰ ਹੋ ਜਾਣਗੇ ਕਿ ਮਾਲ ਦੇ ਵਿੱਚ ਇੰਨੀ ਮੈਕਸਿਮਮ ਕਪੈਸਿਟੀ ਹੈ। ਤਾਂ ਹਰੇਕ ਮਾਲ ਦੇ ਬਾਹਰ ਜਿਹੜਾ ਗਾਰਡ ਖੜੂਗਾ ਉਹਨੂੰ ਪਤਾ ਹੈ ਕਿ ਮਾਲ ਦੀ ਮੈਕਸਿਮਮ ਕਪੈਸਿਟੀ ਮੰਨ ਲਓ ਸਪੋਜ਼ ਕਰੋ 100 ਹੈ ਤਾਂ 100 ਬੰਦੇ ਨੂੰ ਟੋਕਨ ਦਿੱਤਾ ਜਾਊਗਾ। ਬਾਕੀ ਬੰਦੇ ਬਾਹਰ ਆਉਣਗੇ ਤਾਂ ਹੀ ਅਗਲੇ ਬੰਦਿਆਂ ਨੂੰ ਹੋਰ ਟੋਕਨ ਦੇ ਕੇ ਮਾਲ ਦੇ ਅੰਦਰ ਐਂਟਰੀ ਮਿਲੂਗੀ। ਤਾਂ ਮੈਕਸਿਮਮ ਕਪੈਸਿਟੀ ਸਿਸਟਮ ਦੇ ਉੱਤੇ ਮਾਲ ਦੇ ਅੰਦਰ ਐਂਟਰੀ ਮਿਲੂਗੀ। ਟੋਕਨ ਸਿਸਟਮ ਕੀਤਾ ਗਿਆ। ਜੇਕਰ ਹੁਣ ਤੁਸੀਂ ਮਾਲ ਦੇ ਵਿੱਚ ਐਂਟਰੀ ਲੈਣੀ ਹੈ ਤਾਂ ਟੋਕਨ ਤੋਂ ਬਿਨਾ 8 ਤਰੀਕ ਤੋਂ ਮਾਲ ਖੁੱਲ੍ਹਣੇ ਆ ਤਾਂ ਟੋਕਨ ਤੋਂ ਬਿਨਾ ਤੁਸੀਂ ਅੰਦਰ ਨਹੀਂ ਜਾ ਸਕੋਗੇ। ਹਰੇਕ ਮਾਲ ਦੀ ਮੈਨੇਜਮੈਂਟ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਊਗਾ। ਪਹਿਲੀ ਗੱਲ, ਕੋਵਾ ਐਪ ਫੋਨ 'ਚ ਹੋਣੀ ਬੜੀ ਲਾਜ਼ਮੀ ਹੈ। ਦੂਜੀ ਕਿ ਟੋਕਨ ਸਿਸਟਮ ਹੋਊਗਾ ਔਰ ਮੈਕਸਿਮਮ ਟਾਈਮ ਲਿਮਿਟ ਵੀ ਹੋਊਗੀ। ਸਮਾਂ ਨਿਰਧਾਰਿਤ ਕੀਤਾ ਜਾਊਗਾ। ਉਹ ਮਾਲ ਦੇ ਅੰਦਰ ਸਮਾਂ ਨਿਰਧਾਰਿਤ ਕੀਤਾ ਜਾਊਗਾ ਮੈਨੇਜਮੈਂਟ ਦੇ ਵੱਲੋਂ ਕਿ ਮੰਨ ਲਿਆ ਜਾਵੇ ਕਿ 2 ਘੰਟੇ ਇੱਕ ਬੰਦੇ ਦਾ ਮੈਕਸਿਮਮ ਟਾਈਮ ਪੀਰੀਅਡ ਹੈ ਤਾਂ ਮੈਕਸਿਮਮ ਟਾਈਮ ਵਾਸਤੇ ਟੋਕਨ ਸਿਸਟਮ ਦੇ ਤਹਿਤ ਅੰਦਰ ਕੋਈ ਬੰਦਾ 5 ਵਜੇ ਗਿਆ 7 ਵਜੇ ਮੁੜਨਾ ਹੈ, ਮਿਸਾਲ ਦੇ ਰਿਹਾ ਸਿਰਫ, ਮੰਨ ਲਓ 1 ਵਜੇ ਗਿਆ 3 ਵਜੇ ਮੁੜਨਾ ਹੈ ਤਾਂ ਉਹ ਬਾਹਰ ਆਉਣਾ ਪੈਣਾ ਹੈ। ਅਗਲੇ ਬੰਦੇ ਦੀ ਵਾਰੀ ਆਉਣੇ, ਜਿਹਨੇ ਅੰਦਰ ਜਾਣਾ ਉਹਨੂੰ ਫਿਰ ਟੋਕਨ ਦਿੱਤਾ ਜਾਊਗਾ। ਸੋ ਕੋਵਾ ਐਪ ਲਾਜ਼ਮੀ ਹੈ। ਟੋਕਨ ਸਿਸਟਮ ਤੇ ਜਾਣਾ ਹੋਊਗਾ ਔਰ ਬਕਾਇਦਾ ਤੌਰ ਦੇ ਉੱਤੇ ਟੋਕਨ ਸਿਸਟਮ ਦੇ ਨਾਲ ਮੈਕਸਿਮਮ ਟਾਈਮ ਲਿਮਿਟ ਹੋਊਗਾ ਕਿ ਇੱਕ ਬੰਦਾ ਜਾਂ ਗਰੁੱਪ ਆਫ ਪਰਸਨ, ਜੇ ਇਕੱਠੇ ਜਾ ਰਹੇ ਹੋ ਤੁਸੀਂ, ਪਰਿਵਾਰ ਹੈ 3 ਜਾਂ 4 ਜਣੇ ਇਕੱਠੇ ਜਾ ਰਹੇ ਹੋ ਔਰ ਜੇ ਪੂਰਾ ਪਰਿਵਾਰ ਜਾ ਰਿਹਾ ਤਾਂ ਪਰਿਵਾਰ ਚੋਂ ਕਿਸੇ ਇੱਕ ਬੰਦੇ ਦੇ ਫੋਨ 'ਚ ਕੋਵਾ ਐਪ ਹੋਣੀ ਬੜੀ ਲਾਜ਼ਮੀ ਹੈ। ਜੇ ਤੁਸੀਂ 4 ਜਣੇ 5 ਜਣੇ ਜਾ ਰਹੇ ਹੋ ਤਾਂ 4-5 ਚੋਂ ਇੱਕ ਦੇ ਫੋਨ 'ਚ ਕੋਵਾ ਐਪ ਹੋਣੀ ਬੜੀ ਲਾਜ਼ਮੀ ਹੈ। ਮੈਕਸਿਮਮ ਕਪੈਸਿਟੀ ਹਰੇਕ ਦੁਕਾਨ ਦੀ ਵੀ ਨਿਰਧਾਰਿਤ ਕੀਤੀ ਜਾਊਗੀ। ਮਾਲ ਦੇ ਅੰਦਰ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਦੁਕਾਨਾਂ ਹੁੰਦੀਆਂ ਤਾਂ ਹਰੇਕ ਦੁਕਾਨ ਦੀ ਮੈਕਸਿਮਮ ਕਪੈਸਿਟੀ ਨਿਰਧਾਰਿਤ ਕੀਤੀ ਜਾਊਗੀ। 6 ਫੁੱਟ ਦਾ ਡਿਸਟੈਂਸ ਹੈ, 2 ਗਜ ਦੀ ਦੂਰੀ, ਬਕਾਇਦਾ ਲਿਖਿਆ ਹੋਇਆ 2 ਗਜ ਦੀ ਦੂਰੀ। 6 ਫੁੱਟ ਦਾ ਡਿਸਟੈਂਸ ਹੈ। 6 ਫੁੱਟ ਦੇ ਡਿਸਟੈਂਸ ਤੇ ਦੁਕਾਨ ਦੇ ਅੰਦਰ ਤੁਸੀਂ ਰਹਿ ਸਕੋਗੇ। ਮਿਸਾਲ ਦੇ ਤੌਰ ਤੇ 10 ਬਾਏ 10 ਦੀ ਜੇ ਕੋਈ ਦੁਕਾਨ ਹੈ ਤਾਂ ਉਹ ਏਰੀਆ ਨਿਰਧਾਰਿਤ ਹੋ ਕੇ 6 ਫੁੱਟ ਦੇ ਹਿਸਾਬ ਤੇ 6 ਫੁੱਟ ਦੂਰੀ ਤੇ 2 ਬੰਦੇ ਹੋਣੇ ਚਾਹੀਦੇ ਆ, ਸਰਕਾਰ ਕਹਿੰਦੀ ਹੈ। ਤਾਂ 6 ਫੁੱਟ ਦੀ ਦੂਰੀ ਦੇ ਹਿਸਾਬ ਤੇ ਕਪੈਸਿਟੀ ਨਿਰਧਾਰਿਤ ਹੋਊਗੀ ਹਰੇਕ ਦੁਕਾਨ ਦੀ। ਹਰੇਕ ਦੁਕਾਨ ਬਾਰੇ ਪਤਾ ਹੋਊਗਾ ਕਿ ਇਹ ਫਲਾਨਾ ਸ਼ੋਰੂਮ ਹੈ, ਇਸ ਸ਼ੋਰੂਮ ਦੇ ਵਿੱਚ ਫਲਾਨੇ ਮਾਲ 'ਚ ਇਹ ਸ਼ੋਰੂਮ ਹੈ ਔਰ ਸ਼ੋਰੂਮ ਦੇ ਅੰਦਰ
इस शोरूम 'ਚ ਇੰਨੇ ਬੰਦੇ ਹੀ ਜਾ ਸਕਦੇ ਹੈ, ਤਾਂ ਪੂਰੇ ਮਾਲ ਦੀਆਂ ਦੁਕਾਨਾਂ ਦੀ ਇਸੇ ਤਰ੍ਹਾਂ ਕੈਪੈਸਿਟੀ ਨਿਰਧਾਰਿਤ ਹੋਣ ਤੋਂ ਬਾਅਦ ਉਹਦਾ ਟੋਟਲ ਲਿਆ ਜਾਊਗਾ ਕਿ ਮਿਸਾਲ ਦੇ ਤੌਰ ਤੇ ਜੇ 100 ਦੁਕਾਨਾਂ ਨੇ ਤਾਂ ਇੱਕ ਦੁਕਾਨ ਦੇ ਵਿੱਚ ਜੇ ਇੱਕ ਸਮੇਂ ਤੇ 6 ਬੰਦੇ ਐਂਟਰ ਹੋ ਸਕਦੇ ਆ ਤਾਂ 100 ਦੇ ਹਿਸਾਬ ਤੇ 600 ਬੰਦਾ ਬਣਦਾ ਹੈ। ਔਰ ਜਿਹੜਾ ਪਬਲਿਕ ਪਲੇਸ ਹੈ, ਜਿਹੜੀ ਦੁਕਾਨਾਂ ਤੋਂ ਇਲਾਵਾ ਥਾਂ ਹੁੰਦਾ ਜਿੱਥੇ ਲੋਕ ਘੁੰਮਦੇ ਫਿਰਦੇ ਟਹਿਲਦੇ ਆ, ਉਹਦੇ 'ਚ 25% ਹੋਰ ਐਡੀਸ਼ਨ ਹੋ ਸਕਦੀ ਹੈ। ਕਾਮਨ ਏਰੀਆ ਜਿਹੜਾ ਉਹਦੇ 'ਚ ਟੋਟਲ ਕੈਪੈਸਿਟੀ ਦਾ 25% ਐਡੀਸ਼ਨ ਹੋ ਕੇ ਤੇ ਉਹ ਟੋਟਲ ਬਣ ਜਾਊਗਾ ਮਾਲ ਦਾ। ਉਸ ਟੋਟਲ ਤੋਂ ਫਿਰ ਬਾਅਦ ਐਂਟਰੀ ਜਿਹੜੀ ਹੈ ਉਹ ਹੋ ਸਕਣੀ। ਹਾਲਾਂਕਿ ਲੋਕ ਕਮੈਂਟ ਕਰ ਰਹੇ, ਅਸੀਂ ਕਮੈਂਟਸ ਦਾ ਵੀ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ, ਲੇਕਿਨ ਪਹਿਲਾਂ ਤੁਹਾਨੂੰ ਡਿਟੇਲ ਦੇ ਵਿੱਚ ਇਹ ਸਾਰਾ ਦੱਸ ਦਈਏ ਕਿ ਦਰਅਸਲ ਕਿਵੇਂ ਐਂਟਰੀ ਹੋਣੀ ਹੈ। ਮੈਨੇਜਮੈਂਟ ਰਿਸਪੌਂਸਿਬਲ ਹੋਊਗੀ ਮੈਕਸਿਮਮ ਕੈਪੈਸਿਟੀ ਤੋਂ ਜ਼ਿਆਦਾ ਜੇ ਕੋਈ ਬੰਦੇ ਅੰਦਰ ਪਾਏ ਗਏ, ਕਿਉਂਕਿ ਬਕਾਇਦਾ ਲਿਖਿਆ ਹੈ ਕਿ ਜਿਹੜੀ ਹੈਲਥ ਟੀਮ ਹੈ ਉਹ ਕਿਸੇ ਵੀ ਮਾਲ 'ਚ ਛਾਪਾ ਮਾਰ ਸਕਦੀ ਹੈ। ਹੈਲਥ ਟੀਮ ਕਿਸੇ ਵੀ ਮਾਲ ਨੂੰ ਚੈੱਕ ਕਰ ਸਕਦੀ ਹੈ, ਤਾਂ ਜੇ ਚੈੱਕ ਕਰਨ ਤੇ ਮੈਕਸਿਮਮ ਕੈਪੈਸਿਟੀ ਤੋਂ ਵੱਧ ਬੰਦੇ ਪਾਏ ਜਾਂਦੇ ਤਾਂ ਮਾਲ ਦੀ ਮੈਨੇਜਮੈਂਟ ਇਸ ਗੱਲ ਪਿੱਛੇ ਰਿਸਪੌਂਸਿਬਲ ਹੋਊਗੀ। ਹਰੇਕ ਦੁਕਾਨ ਦੇ ਵਿੱਚ ਜਾਂ ਮਾਲ ਦੇ ਵਿੱਚ ਮੈਕਸਿਮਮ ਕੈਪੈਸਿਟੀ ਦੇ 50% ਤੋਂ ਜ਼ਿਆਦਾ ਬੰਦੇ ਇੱਕ ਸਿੰਗਲ ਦੁਕਾਨ 'ਚ ਨਹੀਂ ਹੋ ਸਕਣਗੇ, ਤਾਂ ਇਹ ਬਹੁਤ ਲਾਜ਼ਮੀ ਹੈ ਇਹਨਾਂ ਪੁਆਇੰਟਸ ਨੂੰ ਸਮਝਣਾ। ਇਸ ਤੋਂ ਬਾਅਦ ਮਾਰਕਰ ਲੱਗੇ ਹੋਣੇ ਚਾਹੀਦੇ ਆ, ਸੋਸ਼ਲ ਡਿਸਟੈਂਸਿੰਗ ਦੇ ਮਾਰਕਸ ਜਿਹੜੇ ਲੱਗੇ ਹੁੰਦੇ ਆ, ਗੋਲ ਝਕਾਰੇ ਜਿਹੜੇ ਲਾ ਕੇ ਪਹਿਲਾਂ ਵੀ ਅਸੀਂ ਦੇਖਿਆ, ਉਹ ਲਾਣੇ ਲਾਜ਼ਮੀ ਨੇ ਹਰੇਕ ਦੁਕਾਨ ਦੇ ਵਿੱਚ। ਜੇ ਉਹ ਨਹੀਂ ਲਾਉਂਦੇ ਤਾਂ ਕਾਰਵਾਈ ਹੋਊਗੀ। ਲਿਫਟ ਨਹੀਂ ਵਰਤ ਸਕੋਗੇ, ਵੱਡਾ ਪੁਆਇੰਟ ਹੈ। ਮੌਲਾਂ ਦੇ ਵਿੱਚ ਲਿਫਟਾਂ ਨਹੀਂ ਚੱਲਣਗੀਆਂ, ਸਿਰਫ ਫਿਜ਼ੀਕਲੀ ਡਿਸੇਬਲਡ ਪਰਸਨ ਜਾਂ ਫਿਰ ਮੈਡੀਕਲ ਐਮਰਜੈਂਸੀ ਦੇ ਵਿੱਚ ਲਿਫਟ ਵਰਤੀ ਜਾਊਗੀ, ਉਹ ਵੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਕੇ। ਸੋ ਜੇ ਤੁਸੀਂ ਹੁਣ ਮਾਲ ਜਾਓਗੇ ਤਾਂ ਕਰੋਨਾ ਤੋਂ ਬਾਅਦ ਜ਼ਿੰਦਗੀ ਬਦਲ ਗਈ ਹੈ, ਮਾਲ ਜਾਣਾ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਤੁਹਾਨੂੰ ਹਰੇਕ ਬੰਦੇ ਨੂੰ ਕਿ ਲਿਫਟ ਜਿਹੜੀ ਹੈ ਉਹ ਨਹੀਂ ਵਰਤ ਸਕਦੇ। ਐਸਕੇਲੇਟਰਸ ਤੁਸੀਂ ਹੁਣ ਮਾਲ ਦੇ ਵਿੱਚ ਨਹੀਂ ਵਰਤ ਸਕਦੇ, ਸਿਰਫ ਐਲੀਵੇਟਰਸ ਨਹੀਂ ਵਰਤ ਸਕਦੇ, ਐਸਕੇਲੇਟਰਸ ਵਰਤ ਸਕਦੇ ਹੋ। ਪੌੜੀਆਂ ਜਿਹੜੀਆਂ ਇਲੈਕਟ੍ਰੋਨਿਕ ਹੁੰਦੀਆਂ ਉਹ ਵਰਤੀਆਂ ਜਾ ਸਕਦੀਆਂ, ਪਰ ਲਿਫਟਾਂ ਜਿਹੜੀਆਂ ਉਹ ਨਹੀਂ ਵਰਤੀਆਂ ਜਾ ਸਕਦੀਆਂ। ਕੱਪੜਿਆਂ ਦਾ ਟਰਾਇਲ ਨਹੀਂ ਹੋ ਸਕੂਗਾ, ਬਹੁਤ ਵੱਡਾ ਪੁਆਇੰਟ ਹੈ। ਜੇ ਤੁਸੀਂ ਬ੍ਰਾਂਡਡ ਕੱਪੜੇ ਲੈਣ ਜਾਂਦੇ ਸੀ ਮਾਲ ਦੇ ਵਿੱਚ, ਹੁਣ ਜਾ ਰਹੇ ਹੋ ਤਾਂ ਤੁਸੀਂ ਟਰਾਇਲ ਨਹੀਂ ਲੈ ਸਕਦੇ। ਕੱਪੜਿਆਂ ਦਾ ਟਰਾਇਲ ਲੈਂਦੇ ਸੀਗੇ ਲੋਕ, ਜਾ ਕੇ ਟਰਾਇਲ ਰੂਮ ਦੇ ਵਿੱਚ ਭੀੜਾਂ ਲੱਗ ਜਾਂਦੀਆਂ ਸੀ, ਸੇਲਾਂ ਵੀ ਲੱਗਦੀਆਂ ਸੀ। ਉਹ ਹੁਣ ਦੌਰ ਖਤਮ ਹੈ ਕਰੋਨਾ ਤੋਂ ਬਾਅਦ। ਮਾਲ ਜਾਣਾ ਪਹਿਲਾਂ ਵਰਗਾ ਨਹੀਂ ਰਹਿ ਗਿਆ, ਤਾਂ ਤੁਸੀਂ ਕੱਪੜਿਆਂ ਦਾ ਟਰਾਇਲ ਨਹੀਂ ਲੈ ਸਕਦੇ, ਬੈਨ ਹੈ। ਐਕਸੈਸਰੀ ਦਾ ਟਰਾਇਲ ਨਹੀਂ ਲੈ ਸਕਦੇ। ਘੜੀਆਂ ਪਾ ਕੇ ਦੇਖਦੇ ਸੀ, ਫਿਰ ਉਸ ਤੋਂ ਬਾਅਦ ਪਸੰਦ ਕੀਤੀ ਜਾਂਦੀ ਸੀ। ਸ਼ੂਜ਼ ਤੁਸੀਂ ਪਾ ਕੇ ਦੇਖਦੇ ਸੀ, ਬੈਲਟਾਂ ਤੁਸੀਂ ਕਈ ਵਾਰੀ ਪਾ ਕੇ ਦੇਖ ਲੈਂਦੇ ਸੀ। ਹੁਣ ਇਹ ਸਮਾਨ ਐਕਸੈਸਰੀਜ਼ ਜੇ ਖਰੀਦਣੀਆਂ ਤਾਂ ਉਹਦਾ ਟਰਾਇਲ ਨਹੀਂ ਲੈ ਸਕਦੇ ਮਾਲ ਦੇ ਵਿੱਚ, ਇਹ ਬੰਦ ਕਰ ਦਿੱਤਾ ਗਿਆ। ਹੈਲਥ ਟੀਮ ਰੈਗੂਲਰਲੀ ਚੈੱਕ ਕਰੂਗੀ EMPLOYEES ਨੂੰ, ਮਾਲ ਦੇ EMPLOYEES ਦੀ ਵੀ ਚੈਕਿੰਗ ਹੋਊਗੀ। ਜਿਹੜੇ ਮਾਲ ਦੇ ਅੰਦਰ ਕੰਮ ਕਰ ਰਹੇ ਨੇ ਉਹਨਾਂ ਦੀ ਵੀ ਰੈਗੂਲਰ ਚੈਕਿੰਗ ਹੈਲਥ ਟੀਮ ਕਰੂਗੀ। ਇਹਦੇ ਨਾਲ ਜਿਹੜੇ ਫੂਡ ਕੋਰਟ ਤੇ ਰੈਸਟੋਰੈਂਟਸ ਨੇ ਉਹ ਨਹੀਂ ਆਪਰੇਟ ਹੋਣਗੇ, ਸਿਰਫ ਉਹਨਾਂ ਰੈਸਟੋਰੈਂਟ ਤੇ ਫੂਡ ਕੋਰਟ ਤੋਂ ਟੇਕ ਅਵੇ ਜਾਂ ਹੋਮ ਡਿਲੀਵਰੀ ਹੋ ਸਕੂਗੀ। ਬੜਾ ਵੱਡਾ ਪੁਆਇੰਟ ਹੈ ਕਿ ਜਿਹੜੇ ਫੂਡ ਕੋਰਟ ਸੀਗੇ, ਰੈਸਟੋਰੈਂਟ ਸੀਗੇ ਮਾਲਸ ਦੇ ਅੰਦਰ, ਜਿਵੇਂ ਤੁਸੀਂ ਪਹਿਲਾਂ ਬੈਠਦੇ ਸੀ ਜਾ ਕੇ, ਨਹੀਂ ਬੈਠ ਸਕੋਗੇ, ਸਿਰਫ ਹੋਮ ਡਿਲੀਵਰੀ ਜਾਂ ਟੇਕ ਅਵੇ ਉੱਥੋਂ ਹੋ ਸਕੂਗਾ। ਸਮਾਨ ਲਓ ਤੇ ਬੰਦਾ ਬਾਹਰ ਆ ਸਕਦਾ, ਉੱਥੇ ਬੈਠ ਕੇ ਤੁਸੀਂ ਨਹੀਂ ਖਾ ਪੀ ਸਕਦੇ। ਸੋ ਇਹ ਬਹੁਤ ਵੱਡਾ ਪੁਆਇੰਟ ਹੈ। ਮਾਲਸ ਨੂੰ ਲੈ ਕੇ ਅਸੀਂ ਤੁਹਾਨੂੰ ਇਹ ਡੀਟੇਲਸ ਦੱਸ ਰਹੇ ਹਾਂ। ਕਮੈਂਟਸ ਵੀ ਅਸੀਂ ਜ਼ਰੂਰ ਰੀਡ ਕਰਾਂਗੇ, ਕਮੈਂਟਸ ਬਹੁਤ ਆ ਰਹੇ, ਅਸੀਂ ਕਮੈਂਟਸ ਰੀਡ ਕਰਾਂਗੇ, ਪਰ ਪਹਿਲਾਂ ਤੁਹਾਨੂੰ ਇਹਦੀ ਜਾਣਕਾਰੀ ਦੇ ਦਈਏ। ਮੈਨੇਜਮੈਂਟ ਨੂੰ ਧਿਆਨ ਰੱਖਣਾ ਹੋਊਗਾ, ਹੈਂਡ ਹਾਈਜੀਨ, ਸੋਸ਼ਲ ਡਿਸਟੈਂਸਿੰਗ, ਮਾਸਕ। ਹਰੇਕ ਬੰਦੇ ਦੇ ਮਾਸਕ ਪਾਇਆ ਮਾਲ ਦੇ ਵਿੱਚ ਜ਼ਰੂਰੀ ਹੈ, ਮਾਸਕ ਤੋਂ ਬਿਨਾ ਤੁਹਾਡੀ ਐਂਟਰੀ ਨਹੀਂ ਹੈ। ਮੈਨੇਜਮੈਂਟ ਰਿਸਪੌਂਸਿਬਲ ਹੋਊਗੀ ਜੇ ਕੋਈ ਬੰਦਾ ਮਾਸਕ ਤੋਂ ਬਿਨਾ ਅੰਦਰ ਐਂਟਰ ਕਰਦਾ। ਸੈਨੀਟਾਈਜ਼ਰ ਬਾਹਰ ਰੱਖੇ ਹੋਣੇ ਲਾਜ਼ਮੀ ਹੈ, ਹੈਂਡ ਸੈਨੀਟਾਈਜੇਸ਼ਨ ਬਹੁਤ ਜ਼ਰੂਰੀ ਹੈ, ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੈ। ਤਾਂ ਇਹ ਮਾਲ ਦੀ ਗੱਲ ਕਰ ਰਹੇ ਸੀ ਅਸੀਂ। ਰੈਸਟੋਰੈਂਟਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਰੈਸਟੋਰੈਂਟਸ ਨੂੰ ਸਿਰਫ ਟੇਕ ਅਵੇ ਤੇ ਹੋਮ ਡਿਲੀਵਰੀ ਵਾਸਤੇ ਖੋਲ੍ਹਿਆ ਜਾ ਸਕੂਗਾ। ਸਾਰੇ ਰੈਸਟੋਰੈਂਟ ਖੁੱਲ੍ਹਣ ਦੀ ਇਜਾਜ਼ਤ ਹੈ, ਪਰ ਉੱਥੇ ਬੈਠ ਕੇ ਤੁਸੀਂ ਖਾਣਾ ਨਹੀਂ ਖਾ ਸਕੋਗੇ। ਡਾਈਨ ਇਨ ਅਲਾਉਡ ਨਹੀਂ ਹੈ, ਡਾਈਨ ਇਨ ਤੇ ਪਾਬੰਦੀ ਹੈ ਪੰਜਾਬ ਦੇ ਵਿੱਚ। ਸੋ ਸਿਰਫ ਹੋਮ ਡਿਲੀਵਰੀ ਜਾਂ ਟੇਕ ਅਵੇ ਤੁਸੀਂ ਖਾਣਾ ਲਿਜਾ ਸਕਦੇ ਹੋ, ਜਾਂ ਹੋਮ ਡਿਲੀਵਰੀ ਜਿਵੇਂ ਜ਼ੋਮੈਟੋ ਸਵਿਗੀ ਤੋਂ ਤੁਹਾਡੇ ਘਰਾਂ 'ਚ ਹੋਮ ਡਿਲੀਵਰੀ ਹੋ ਰਹੀ ਸੀ ਤਾਂ ਉਹ ਪੋਸੀਬਲ ਹੈ। ਰੈਸਟੋਰੈਂਟਾਂ ਦੇ ਵਿੱਚ, ਬਾਰਸ ਦੇ ਵਿੱਚ ਬੈਠ ਕੇ ਹੁਣ ਤੁਸੀਂ ਖਾਣੇ ਦਾ ਆਨੰਦ ਨਹੀਂ ਲੈ ਸਕਦੇ। ਪਰਿਵਾਰ ਦੇ ਨਾਲ ਜੇ ਤੁਸੀਂ ਜਾਂਦੇ ਸੀ, ਹੁਣ ਨਹੀਂ ਜਾ ਸਕੋਗੇ। ਔਰ ਇਸ ਸਿਚੁਏਸ਼ਨ ਨੂੰ 15 ਤਰੀਕ ਨੂੰ ਫਿਰ ਰਿਵਿਊ ਕੀਤਾ ਜਾਣਾ ਹੈ। ਸੋ ਵੱਡੀ ਖਬਰ ਅਸੀਂ ਦਰਸ਼ਕਾਂ ਨੂੰ ਦੇ ਰਹੇ ਹਾਂ, 15 ਤਰੀਕ ਨੂੰ ਰੈਸਟੋਰੈਂਟਸ ਦੀ ਸਿਚੁਏਸ਼ਨ ਨੂੰ
ਦੁਬਾਰਾ ਰਿਵਿਊ ਕੀਤਾ ਜਾਣਾ ਹੈ। ਜੇ ਸਰਕਾਰ ਨੂੰ ਲੱਗੂਗਾ ਕਿ ਡਾਈਨ ਇਨ ਨੂੰ ਕਿਸੇ ਤਰੀਕੇ ਨਾਲ ਸ਼ੁਰੂ ਕੀਤਾ ਜਾਵੇ ਤਾਂ ਉਹਦੇ ਬਾਰੇ ਵਿਚਾਰ ਹੋਣਾ ਹੈ। 15 ਤਰੀਕ ਤੱਕ, 8 ਤੋਂ 15 ਤੱਕ ਇੱਕ ਹਫਤਾ ਡਾਈਨ ਇਨ ਪੋਸੀਬਲ ਨਹੀਂ ਹੈ। ਰੈਸਟੋਰੈਂਟਾਂ ਦੇ ਵਿੱਚ ਬੈਠ ਕੇ ਤੁਸੀਂ ਖਾਣਾ ਨਹੀਂ ਖਾ ਸਕਦੇ, ਸਿਰਫ ਤੇ ਸਿਰਫ ਹੋਮ ਡਿਲੀਵਰੀ ਹੋ ਸਕੂਗੀ ਜਾਂ ਟੇਕ ਅਵੇ ਹੋ ਸਕੂਗਾ। ਸੋ ਬੜਾ ਵੱਡਾ ਪੁਆਇੰਟ ਹੈ ਰੈਸਟੋਰੈਂਟਸ ਨੂੰ ਲੈ ਕੇ। ਸੋਸ਼ਲ ਡਿਸਟੈਂਸਿੰਗ ਇੱਥੇ ਵੀ ਮਾਲ ਤਰ੍ਹਾਂ ਸੋਸ਼ਲ ਡਿਸਟੈਂਸਿੰਗ, ਹੈਂਡ ਹਾਈਜੀਨ ਤੇ ਮਾਸਕ ਲਾਜ਼ਮੀ ਨੇ। ਟੇਕ ਅਵੇ ਵਾਸਤੇ, ਹੋਮ ਡਿਲੀਵਰੀ ਵਾਸਤੇ ਜੇ ਕੋਈ ਆ ਰਿਹਾ ਰੈਸਟੋਰੈਂਟ 'ਚ ਚੀਜ਼ ਲੈਣ, ਖਾਣਾ ਲੈਣ, ਮਾਸਕ ਨਹੀਂ ਪਾਇਆ ਤਾਂ ਮਾਸਕ ਰੈਸਟੋਰੈਂਟ ਮਾਲਕ ਜ਼ਿੰਮੇਦਾਰ ਹੋਊਗਾ। ਤੁਹਾਨੂੰ ਆਪਦੇ ਕਸਟਮਰ ਨੂੰ ਕਹਿਣਾ ਪੈਣਾ ਹੈ ਕਿ ਆਪਦੇ ਹੱਥ ਸੈਨੀਟਾਈਜ਼ ਕਰੋ, ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖੋ, ਜਿਹੜੇ ਰਾਉਂਡਸ ਬਣਾ ਕੇ ਰੱਖਣੇ ਉਹ ਬੜੇ ਲਾਜ਼ਮੀ ਨੇ, ਤੇ ਮਾਸਕ ਪਾਉਣੇ। ਹੁਣ ਗੱਲ ਕਰ ਲੈਨੇ ਹੋਟਲਸ ਦੀ। ਹੋਟਲਸ ਬੰਦ ਪਏ ਨੇ, ਹੋਟਲਸ ਖੋਲ ਦਿੱਤੇ ਗਏ ਹੈ। ਹੋਟਲ ਬਿਲਕੁਲ ਬੰਦ ਪਏ ਸੀ, ਹੋਟਲਸ ਖੋਲ ਦਿੱਤੇ ਆ, ਪਰ ਬੜੀ ਵੱਡੀਆਂ ਰਿਸਟ੍ਰਿਕਸ਼ਨਸ ਨੇ। ਧਿਆਨ ਨਾਲ ਸੁਣਨ ਵਾਲਾ ਪੁਆਇੰਟ ਹੈ ਇਹ। ਹੋਟਲਸ ਜਿਹੜੇ ਨੇ ਉਹ ਕਲੋਜ਼ਡ ਨੇ, ਹੋਟਲ ਰੈਸਟੋਰੈਂਟ ਕਲੋਜ਼ਡ ਨੇ, ਮਾਫ ਕਰਨਾ। ਜਿੰਨੇ ਹੋਟਲਾਂ ਦੇ ਵਿੱਚ ਰੈਸਟੋਰੈਂਟ ਸੀਗੇ ਉਹ ਬੰਦ ਨੇ। ਕਿਸੇ ਵੀ ਹੋਟਲ ਦਾ ਰੈਸਟੋਰੈਂਟ ਚਾਲੂ ਨਹੀਂ ਕੀਤਾ ਗਿਆ। ਬਹੁਤ ਸਾਰੇ ਹੋਟਲ ਦੇ ਵਿੱਚ ਰੈਸਟੋਰੈਂਟ ਨੇ ਜਿਨ੍ਹਾਂ 'ਚ ਲੋਕ ਜਾਂਦੇ ਸੀ, ਉਹ ਬੰਦ ਨੇ। ਸਿਰਫ ਕਮਰਿਆਂ ਦੇ ਵਿੱਚ, ਹੋਟਲ ਦੇ ਕਮਰੇ 'ਚ ਜੋ ਗੈਸਟ ਆਊਗਾ ਉਹਦੇ ਵਾਸਤੇ ਹੀ ਹੋਟਲ ਦਾ ਰੈਸਟੋਰੈਂਟ ਖੁੱਲਾ ਹੈ, ਉਹਦੇ ਕਮਰੇ 'ਚ ਫੂਡ ਪਹੁੰਚੂਗਾ। ਫੂਡ ਰੈਸਟੋਰੈਂਟ ਦੇ ਅੰਦਰ ਬੈਠ ਕੇ ਨਹੀਂ ਖਾਧਾ ਜਾ ਸਕੂਗਾ। ਬਹੁਤ ਸਾਰੇ ਲੋਕ ਹੋਟਲਾਂ 'ਚ ਜਾਂਦੇ ਆ, ਸਵੇਰੇ ਬ੍ਰੇਕਫਾਸਟ ਬਫੇ ਲੱਗਿਆ ਹੁੰਦਾ, ਆਪਦੇ ਕਮਰੇ ਤੋਂ ਲੋਕ ਆ ਕੇ ਨਾਸ਼ਤਾ ਉੱਥੇ ਕਰਦੇ ਸੀ, ਉਹ ਬੰਦ ਹੈ। ਕਮਰੇ ਦੇ ਅੰਦਰ ਪਹੁੰਚੂਗਾ ਹੁਣ ਖਾਣਾ। ਜਿਹੜੇ ਰੈਸਟੋਰੈਂਟਸ ਹੋਟਲ ਦੇ ਵਿੱਚ ਨੇ ਉਹ ਕੰਪਲੀਟਲੀ ਬੰਦ ਨੇ, ਉਹ ਖੁੱਲਣਗੇ ਨਹੀਂ। ਸਿਰਫ ਗੈਸਟ ਦਾ ਖਾਣਾ ਉਹਨਾਂ ਦੇ ਕਮਰਿਆਂ ਤੱਕ ਪਹੁੰਚਾਇਆ ਜਾ ਸਕੂਗਾ। ਦੁਬਾਰਾ ਉਹੀ ਗੱਲ, 15 ਤਰੀਕ ਨੂੰ ਇਹਦੀ ਵੀ ਸਿਚੁਏਸ਼ਨ ਰਿਵਿਊ ਕੀਤੀ ਜਾਊਗੀ ਸਰਕਾਰ ਦੇ ਵੱਲੋਂ ਕਿ ਕੀ ਇਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਜਾਂ ਨਾ। ਤਾਂ ਇੱਕ ਹਫਤਾ ਅਗਲਾ ਇਸੇ ਤਰ੍ਹਾਂ ਦੀ ਸਿਚੁਏਸ਼ਨ ਰਹੂਗੀ। ਨਾਈਟ ਕਰਫਿਊ ਸਟ੍ਰਿਕਟਲੀ ਐਨਫੋਰਸਡ ਰਹੂਗਾ। ਹੋਟਲਾਂ ਦੇ ਵਿੱਚ ਤੁਸੀਂ 5 ਤੋਂ 9, ਜਿਹੜਾ 9 ਰਾਤ ਦੇ 9 ਤੋਂ ਸਵੇਰੇ 5 ਵਜੇ ਤੱਕ ਮੂਵਮੈਂਟ ਨਹੀਂ ਹੋ ਸਕੂਗੀ। ਪਰ ਇਹਦੇ 'ਚ ਇੰਪੋਰਟੈਂਟ ਗੱਲ ਇਹ ਹੈ ਕਿ ਜੇ ਕਿਸੇ ਦੀ ਟ੍ਰੇਨ ਜਾਂ ਫਲਾਈਟ ਇਸ ਸਮੇਂ ਦੇ ਦੌਰਾਨ ਆਉਂਦੀ ਹੈ ਤਾਂ ਉਹ ਆਪਣਾ ਪ੍ਰੂਫ ਦੇ ਕੇ ਹੋਟਲ ਦੇ ਵਿੱਚ ਐਂਟਰੀ ਪਾ ਸਕਦਾ ਹੈ। ਰਾਤ ਦੇ 9 ਵਜੇ ਤੋਂ ਸਵੇਰੇ 5 ਵਜੇ ਤੱਕ ਹੋਟਲ ਦੇ ਵਿੱਚ ਕੋਈ ਜਾ ਆ ਨਹੀਂ ਸਕਦਾ। ਨਾਈਟ ਕਰਫਿਊ ਐਨਫੋਰਸਡ ਹੈ। ਪਰ ਜੇ ਕਿਸੇ ਯਾਤਰੀ ਦੀ ਟ੍ਰੇਨ ਜਾਂ ਫਲਾਈਟ ਮਾਫ ਕਰਨਾ ਟ੍ਰੇਨ ਜਾਂ ਫਲਾਈਟ ਇਸ ਸਮੇਂ ਦੇ ਦੌਰਾਨ ਹੁੰਦੀ ਹੈ, ਰਾਤ ਦੇ 9 ਤੋਂ 5 ਵਜੇ ਦੇ ਦਰਮਿਆਨ, ਤਾਂ ਉਹ ਹੋਟਲ ਮਾਲਕ ਨੂੰ, ਹੋਟਲ ਦੀ ਮੈਨੇਜਮੈਂਟ ਨੂੰ ਰਿਸੈਪਸ਼ਨ ਤੇ ਆਪਦਾ ਪ੍ਰੂਫ ਦੇ ਕੇ ਉਹ ਆਪਦੀ ਬੁਕਿੰਗ ਲੈ ਸਕਦਾ ਹੈ ਔਰ ਉਹ ਹੋਟਲ ਦੇ ਵਿੱਚ ਇਸ ਸਮੇਂ ਦੇ ਦੌਰਾਨ ਵੀ ਆ ਸਕਦਾ ਹੈ। ਸੋ ਵੱਡੇ ਅਸੀਂ ਪੁਆਇੰਟਸ ਦੱਸ ਰਹੇ ਹਾਂ ਤੁਹਾਨੂੰ। ਜਿਵੇਂ ਪਹਿਲਾਂ ਮਾਲ ਦੇ ਵਿੱਚ ਔਰ ਰੈਸਟੋਰੈਂਟਸ ਦੇ ਵਿੱਚ ਸੀ, ਉਸੇ ਤਰ੍ਹਾਂ ਇਹਦੇ ਵਿੱਚ ਇਹ ਹੈ ਕਿ ਹੈਂਡ ਹਾਈਜੀਨ, ਸੋਸ਼ਲ ਡਿਸਟੈਂਸਿੰਗ ਤੇ ਮਾਸਕ ਪਾਉਣੇ ਲਾਜ਼ਮੀ ਨੇ। ਜੋ ਵੀ ਹੋਟਲਾਂ ਦੇ ਵਿੱਚ ਲੋਕ ਆਉਣਗੇ ਲਾਜ਼ਮੀ ਨੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਧਾਰਮਿਕ ਥਾਵਾਂ ਦੀ। ਧਾਰਮਿਕ ਥਾਵਾਂ ਵੀ ਹੁਣ ਖੋਲ ਦਿੱਤੀਆਂ ਗਈਆਂ ਨੇ। 8 ਤਰੀਕ ਤੋਂ ਮੰਦਿਰ, ਗੁਰਦੁਆਰੇ, ਗਿਰਜਾ ਘਰ ਔਰ ਬਾਕੀ ਧਾਰਮਿਕ ਥਾਵਾਂ ਸਾਰੀਆਂ ਖੁੱਲ ਸਕਦੀਆਂ ਨੇ। ਪਰ 5 ਵਜੇ ਤੋਂ 8 ਵਜੇ ਤੱਕ, ਸਵੇਰ ਦੇ 5 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਹੀ ਧਾਰਮਿਕ ਸਥਾਨ ਖੁੱਲੇ ਰਹਿਣਗੇ। ਮੰਦਿਰ, ਗੁਰਦੁਆਰੇ, ਗਿਰਜਾ ਘਰ ਤੇ ਬਾਕੀ ਸਾਰੇ ਧਾਰਮਿਕ ਸਥਾਨ ਸਵੇਰੇ 5 ਤੋਂ ਸ਼ਾਮ ਦੇ 8 ਤੱਕ ਖੁੱਲ ਸਕਣਗੇ। ਮੈਕਸਿਮਮ ਨੰਬਰ ਜਿਹੜੇ ਨੇ ਉਹ 20 ਤੋਂ ਵੱਧ ਨਹੀਂ ਹੋ ਸਕਦੇ। ਇੱਕ ਸਮੇਂ ਤੇ ਕਿਸੇ ਵੀ ਧਾਰਮਿਕ ਥਾਂ ਦੇ ਵਿੱਚ, ਮੰਦਿਰ, ਗੁਰਦੁਆਰਾ, ਗਿਰਜਾ ਘਰ ਹੈ, ਮਸਜਿਦ ਹੈ, 20 ਤੋਂ ਵੱਧ ਇੱਕ ਸਮੇਂ ਬੰਦਾ ਨਹੀਂ ਜਾ ਸਕਦਾ। ਮੈਕਸਿਮਮ 20 ਨੇ, 20 ਤੋਂ ਉੱਤੇ ਨਹੀਂ ਜਾ ਸਕਦੇ। 20 ਜਾ ਕੇ ਬਾਹਰ ਆਉਣਗੇ ਤਾਂ ਅਗਲੇ 20 ਜਾ ਸਕਣਗੇ। ਸੋ ਇੱਕ ਸਮੇਂ ਤੇ 20 ਬੰਦੇ ਹੀ, ਔਰ ਬਹੁਤ ਛੋਟੇ ਗਰੁੱਪਸ, ਵੱਡੇ ਗਰੁੱਪਸ 'ਚ ਨਹੀਂ ਜਾ ਸਕਦੇ। ਤੁਸੀਂ ਪਹਿਲਾਂ ਗੁਰਦੁਆਰਿਆਂ 'ਚ, ਮੰਦਿਰਾਂ 'ਚ ਜਾਂ ਹੋਰ ਥਾਵਾਂ ਤੇ ਜਾਂਦੇ ਸੀ, ਇਕੱਠੇ ਹੋ ਕੇ, ਪਿੰਡ ਵਾਲੇ ਹੋ ਕੇ ਚਲੇ ਜਾਂਦੇ ਸੀ, ਨਹੀਂ ਜਾ ਸਕਦੇ। ਇਹ ਬੰਦ ਹੈ ਹਾਲੇ ਤੱਕ। ਇਸ ਤੋਂ ਇਲਾਵਾ ਕੋਈ ਪ੍ਰਸ਼ਾਦ, ਲੰਗਰ ਨਹੀਂ ਵਰਤਾਇਆ ਜਾ ਸਕੂਗਾ। ਬਹੁਤ ਵੱਡਾ ਪੁਆਇੰਟ ਹੈ, ਬਹੁਤ ਵੱਡੀ ਹਦਾਇਤ ਹੈ ਜਿਹੜੀ ਸਰਕਾਰ ਦੀ ਕਿ ਕੋਈ ਵੀ ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਲੰਗਰ ਜਾਂ ਪ੍ਰਸ਼ਾਦ ਵਰਤਾਉਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਲੰਗਰ ਜਾਂ ਪ੍ਰਸ਼ਾਦ, ਮੈਂ ਅੰਗਰੇਜ਼ੀ ਦੇ ਵਿੱਚ ਜੋ ਲਿਖਿਆ ਤੁਹਾਨੂੰ ਉਹ ਵੀ ਪੜ੍ਹ ਕੇ ਸੁਣਾ ਦਿੰਨਾ। देयर शैल बी नो डिस्ट्रीब्यूशन ऑफ प्रसाद, फूड एंड सर्विंग ऑफ फूड लंगर। सो किसी भी धार्मिक स्थान के उत्ते किसी तरह का लंगर या प्रसाद वरताउण की आग्या नहीं दी गई है, नहीं वरताया जा सकूगा। और इन्हां गाइडलाइनस के तहत जे कोई इन्हां नूं नहीं मनदा तां सैक्शन 51 तो 60 डिजास्टर मैनेजमेंट एक्ट के अधीन उस ते लीगल कार्रवाई हो सकती है। ये मनने लाजमी ने। तो तुहानूं विस्तार दे विच असीं दस्सिआ कि पंजाब दे विच दरअसल की खुलिआ है।
ਜਿਮਸ ਖੋਲਣ ਦੀ ਕੋਈ ਵੀ ਜਾਣਕਾਰੀ ਹਾਲੇ ਤੱਕ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਹੈ। ਹੋਟਲ ਤੇ ਰੈਸਟੋਰੈਂਟ ਖੋਲ ਦਿੱਤੇ ਗਏ ਹੈ, ਲੇਕਿਨ ਕੰਡੀਸ਼ਨਾਂ ਨੇ ਅਸੀਂ ਦੱਸੀਆਂ ਹੈ। ਧਾਰਮਿਕ ਸਥਾਨ ਖੋਲ ਦਿੱਤੇ ਗਏ ਹੈ, ਕੰਡੀਸ਼ਨਸ ਨੇ ਉਹ ਵੀ ਦੱਸੀਆਂ ਅਸੀਂ। ਮਾਲਸ ਖੋਲ ਦਿੱਤੇ ਗਏ ਹੈ, ਕੰਡੀਸ਼ਨਸ ਨੇ, ਸਟ੍ਰਿਕਟ ਕੰਡੀਸ਼ਨਸ ਨੇ। ਪਰ ਜਿਮ ਖੋਲਣ ਦੀ, ਪੀਵੀਆਰ ਜਾਂ ਸਿਨੇਮਾ ਹਾਲ ਖੋਲਣ ਦੀ ਇਜਾਜ਼ਤ ਹਾਲੇ ਤੱਕ ਨਹੀਂ ਹੈ। ਇਹ ਨੋਟੀਫਿਕੇਸ਼ਨ ਹਾਲੇ ਸਰਕਾਰ ਦਾ ਨਹੀਂ ਹੈ, ਤਾਂ ਇਸ ਬਾਰੇ ਕੋਈ ਜਾਣਕਾਰੀ ਹਾਲੇ ਤੱਕ ਨਹੀਂ ਹੈ ਕਿ ਕਦੋਂ ਹੈ। 15 ਤਰੀਕ ਨੂੰ ਦੁਬਾਰਾ ਰਿਵਿਊ ਹੋਣਗੇ ਰੈਸਟੋਰੈਂਟਸ, ਤੇ ਜਿਹੜੇ ਹੋਟਲਾਂ ਦੇ ਅੰਦਰ ਰੈਸਟੋਰੈਂਟਸ ਨੇ ਉਹ ਡਾਈਨ ਇਨ ਨਹੀਂ ਕਰਾ ਸਕਦੇ, ਉਹਨਾਂ ਨੂੰ ਹੋਮ ਡਿਲੀਵਰੀ ਦੀ ਇਜਾਜ਼ਤ ਦਿੱਤੀ ਗਈ ਹੈ। ਹੋਮ ਡਿਲੀਵਰੀ ਦੇ ਨਾਲ ਨਾਲ ਟੇਕ ਅਵੇ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਪਰ 15 ਤਰੀਕ ਨੂੰ ਦੁਬਾਰਾ ਰਿਵਿਊ ਹੋਊਗੀ ਸਿਚੁਏਸ਼ਨ। 15 ਤੋਂ ਬਾਅਦ ਫੈਸਲਾ ਲਿਆ ਜਾ ਸਕਦਾ ਹੈ। ਮਾਲ ਦੇ ਅੰਦਰ ਤੁਸੀਂ ਐਂਟਰ ਕਰਨਾ ਹੈ ਤਾਂ ਕੋਵਾ ਐਪ ਹੋਣੀ ਲਾਜ਼ਮੀ ਹੈ। ਪਰਿਵਾਰ ਜਾ ਰਿਹਾ ਤਾਂ ਪਰਿਵਾਰ ਚੋਂ ਇੱਕ ਬੰਦੇ ਦੀ ਲਾਜ਼ਮੀ ਹੈ। 6 ਫੁੱਟ ਦੀ ਦੂਰੀ ਯਾਨੀ ਕਿ 2 ਗਜ਼ ਦੀ ਦੂਰੀ ਹੋਣੀ ਚਾਹੀਦੀ ਹੈ। ਹਰੇਕ ਦੁਕਾਨ ਦੇ ਵਿੱਚ ਮੈਕਸਿਮਮ ਨੰਬਰ ਜਿਹੜਾ ਕਿੰਨੇ ਕਸਟਮਰ ਜਾ ਸਕਦੇ ਆ ਉਹ ਨਿਰਧਾਰਿਤ ਕੀਤਾ ਜਾਊਗਾ। ਪੂਰੇ ਮਾਲ ਦੇ ਅੰਦਰ ਕਿੰਨੇ ਬੰਦੇ ਅੰਦਰ ਜਾ ਸਕਦੇ ਆ, ਮਾਲ ਦੀ ਕਪੈਸਿਟੀ ਤੇ ਨਿਰਧਾਰਿਤ ਕੀਤਾ ਜਾਊਗਾ। ਮਾਲ ਦੀ ਮੈਨੇਜਮੈਂਟ ਨੂੰ ਧਿਆਨ ਰੱਖਣਾ ਹੋਊਗਾ। ਟੋਕਨ ਸਿਸਟਮ ਤੇ ਹੀ ਲੋਕ ਅੰਦਰ ਜਾ ਸਕਣਗੇ। ਇੱਕ ਸਮਾਂ ਨਿਰਧਾਰਿਤ ਕੀਤਾ ਗਿਆ ਕਿ ਕਿੰਨੇ ਮੈਕਸਿਮਮ ਸਮੇਂ ਵਾਸਤੇ ਮਾਲ ਦੇ ਅੰਦਰ ਤੁਸੀਂ ਜਾਓਗੇ, ਫਿਰ ਤੁਹਾਨੂੰ ਬਾਹਰ ਆਉਣਾ ਪੈਣਾ ਹੈ। ਮਾਲ ਦੇ ਅੰਦਰ ਰੈਸਟੋਰੈਂਟ ਜਿਹੜੇ ਨੇ, ਫੂਡ ਕੋਰਟ ਜਿਹੜੇ ਨੇ, ਉਹਨਾਂ ਨੂੰ ਖੋਲਣ ਦੀ ਇਜਾਜ਼ਤ ਨਹੀਂ ਹੈ। ਸਿਰਫ ਹੋਮ ਡਿਲੀਵਰੀ ਤੇ ਟੇਕ ਅਵੇ ਉੱਥੋਂ ਹੋ ਸਕਦਾ ਹੈ। ਇਸ ਦੇ ਨਾਲ ਹੀ ਜਿਹੜੇ ਰੈਸਟੋਰੈਂਟਸ ਨੇ ਉਹ ਵੀ ਤੁਹਾਨੂੰ ਦੱਸਿਆ ਸੀ ਕਿ ਉਹ ਸਿਰਫ ਟੇਕ ਅਵੇ ਤੇ ਹੋਮ ਡਿਲੀਵਰੀ ਕਰ ਸਕਦੇ ਆ। ਡਾਈਨ ਇਨ ਦੀ ਸੁਵਿਧਾ ਹਾਲੇ ਸ਼ੁਰੂ ਨਹੀਂ ਹੁੰਦੀ। ਹੋਟਲ ਖੋਲ ਦਿੱਤੇ ਗਏ ਨੇ, ਲੇਕਿਨ ਨਾਈਟ ਕਰਫਿਊ ਜਿਹੜਾ 9 ਤੋਂ 5 ਦਾ ਉਹ ਬਰਕਰਾਰ ਰਹੂਗਾ। ਪਰ ਜੇ ਕੋਈ ਟ੍ਰੇਨ ਜਾਂ ਫਲਾਈਟ ਇਸ ਸਮੇਂ ਦੇ ਦੌਰਾਨ ਆਉਂਦੀ ਹੈ 9 ਤੋਂ 5, ਤਾਂ ਉਹ ਮੂਵਮੈਂਟ ਕਰ ਸਕਦਾ ਹੈ। ਯਾਤਰੀ ਉਹ ਸਟੇਸ਼ਨ ਜਾਂ 에ਅਰਪੋਰਟ ਤੋਂ ਹੋਟਲ ਦੇ ਵਿੱਚ ਜਾ ਸਕਦਾ ਹੈ। ਹੋਟਲ ਦਾ ਰੈਸਟੋਰੈਂਟ ਬੰਦ ਰਹੂਗਾ, ਸਿਰਫ ਔਰ ਸਿਰਫ ਹੋਟਲ ਦਾ ਰੈਸਟੋਰੈਂਟ ਬੰਦ ਰਹੂਗਾ। ਸਿਰਫ ਹੋਟਲ ਦੇ ਰੈਸਟੋਰੈਂਟ ਤੋਂ ਖਾਣਾ, ਜਿਹੜੇ ਕਮਰੇ ਨੇ ਹੋਟਲ ਦੇ ਜਿੱਥੇ ਗੈਸਟ ਠਹਿਰੇ ਹੋਏ ਆ, ਉਹਨਾਂ ਤੱਕ ਜਾ ਸਕਦਾ ਹੈ। ਧਾਰਮਿਕ ਸਥਾਨ ਤੇ 20 ਤੋਂ ਵੱਧ ਬੰਦੇ ਨਹੀਂ ਜਾ ਸਕਦੇ। ਧਾਰਮਿਕ ਸਥਾਨ ਸਵੇਰੇ 5 ਤੋਂ ਸ਼ਾਮ ਦੇ 8 ਵਜੇ ਤੱਕ ਹੀ ਖੁੱਲੇ ਰਹਿਣਗੇ। ਪ੍ਰਸਾਦ ਜਾਂ ਲੰਗਰ ਵਰਤਾਇਆ ਨਹੀਂ ਜਾ ਸਕੂਗਾ। ਸੋ ਇਹ ਡਿਟੇਲ ਦੇ ਵਿੱਚ ਅਸੀਂ ਇਹ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਡੇ ਨਾਲ। ਸੋ ਬਹੁਤ ਸਾਰੇ ਕਮੈਂਟਸ ਵੀ ਜਿਹੜੇ ਹੈ ਉਹ ਆ ਰਹੇ ਨੇ। ਅਸੀਂ ਕਮੈਂਟਸ ਜਿਹੜੇ ਉਹ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਸਕੂਲਸ ਖੋਲ੍ਹਣ ਦੀ ਹਾਲੇ ਤੱਕ ਕੋਈ ਜਾਣਕਾਰੀ, ਸਕੂਲਸ ਹਾਲੇ ਨਹੀਂ ਖੁੱਲ੍ਹ ਰਹੇ। ਤਾਂ ਇਹ ਦੱਸ ਦਈਏ ਤੁਹਾਨੂੰ, ਸਕੂਲਸ ਹਾਲੇ ਨਹੀਂ ਖੁੱਲ੍ਹ ਰਹੇ, ਸਿਨੇਮਾ ਹਾਲਸ ਨਹੀਂ ਖੁੱਲ੍ਹ ਰਹੇ, ਜਿਮਸ ਨਹੀਂ ਖੁੱਲ੍ਹ ਰਹੀਆਂ। ਸੋ ਇਹ ਜਾਣਕਾਰੀ ਅਸੀਂ ਤੁਹਾਡੇ ਤੱਕ ਦਿੱਤੀ ਹੈ ਕਿ ਸਰਕਾਰ ਦੇ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ 6 ਤਰੀਕ ਤੋਂ 8 ਤਰੀਕ ਤੋਂ ਮਾਫ ਕਰਨਾ, ਹੋਟਲਸ, ਮਾਲਸ, ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਪੇਸ਼ਕਸ਼ 'ਚ ਫਿਲਹਾਲ ਇੰਨਾ ਹੀ। ਹੋਰ ਅਪਡੇਟਸ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਦੇਸ਼ ਤੇ ਦੁਨੀਆ ਦੀਆਂ ਸਟੀਕ ਖਬਰਾਂ ਦੇਖਣ ਦੇ ਲਈ ਡੇਲੀ ਪੋਸਟ ਦੇ ਨਾਲ